वाहिगुरू जी का खालसा वाहिगुरू जी की फतेह. Welcome to the channel of Optimistic Force. My name is Amneet Singh. So this is a quick video in regard to clarifications on whether you should take your IELTS exam or PTE exam as per the latest August update under SDS category Canadian Student Visa. ਤਾਂ ਪਹਿਲੀ ਗੱਲ ਸਮਝੋ ਵੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ IELTS 'ਚ 6, PTE 'ਚ 60, TOEFL 'ਚ 83, ਪਰ ਸਾਡੀ ਡਿਸਕਸ਼ਨ ਕਿਹਦੇ 'ਚ ਹੈ ਵੀ IELTS ਦਈਏ ਕਿ PTE ਦਈਏ. ਠੀਕ ਹੈ, ਦੋਨੇ ਐਕਸੈਪਟਡ ਨੇ ਵਿਦਆਊਟ ਐਨੀ ਡਾਊਟ, ਕੋਈ ਮਨ 'ਚ ਸ਼ੱਕ ਨਾ ਰੱਖਿਓ. ਹੁਣ ਸਿੱਧੀ ਜੀ ਗੱਲ ਇਹ ਹੈ ਵੀ ਕਿਹੜਾ ਸੌਖਾ ਹੈ ਦੋਨਾਂ 'ਚੋਂ ਦੇਣਾ. ਦੇਖੋ ਅਨਡਾਊਟਡਲੀ ਅਗਰ ਇੱਕ ਲਾਈਨ 'ਚ ਜਵਾਬ ਦਿਆਂਗਾ ਤਾਂ ਮੈਂ ਕਹਾਂਗਾ ਵੀ PTE ਇਜ਼ ਈਜ਼ੀਅਰ ਦੈਨ IELTS. ਠੀਕ ਹੈ, ਸਕੋਰਿੰਗ ਇਨ PTE ਇਜ਼ ਈਜ਼ੀਅਰ ਦੈਨ IELTS if and only if, ਧਿਆਨ ਨਾਲ ਸੁਣਨਾ, if and only if you are hoping to score 6 or 6.5 ਓਵਰਆਲ. ਠੀਕ ਹੈ, ਕਿਉਂਕਿ ਉਹਦੇ ਉੱਪਰ ਜਿਹੜਾ ਸਿਨਾਰੀਓ ਉਹ ਥੋੜਾ ਅਲੱਗ ਹੋ ਜਾਏਗਾ. ਠੀਕ ਹੈ, ਪਰ ਜ਼ਿਆਦਾਤਰ ਕਿਉਂਕਿ ਸਟੂਡੈਂਟ ਵੀਜ਼ਾ ਵਾਸਤੇ ਲੋਕਾਂ ਨੂੰ 6 ਤੇ 6.5 ਚਾਹੀਦੇ ਹੁੰਦੇ ਆ, ਤਾਂ ਉਹਦੇ ਰਿਗਾਰਡਿੰਗ PTE ਇਜ਼ ਮਚ ਈਜ਼ੀਅਰ ਦੈਨ IELTS. ਰਾਈਟ, ਹੁਣ ਗੱਲ ਸਮਝੋ, ਡਰਨ ਦੀ ਲੋੜ ਨਹੀਂ ਹੈ. ਜਿਨ੍ਹਾਂ ਨੇ IELTS ਦਿੱਤਾ ਹੈ ਪਹਿਲਾਂ, ਜਿਹੜੇ 2-3 ਵਾਰੀ ਦੇ ਚੁੱਕੇ ਨੇ ਐਂਡ ਜੋ ਨਹੀਂ ਸਕੋਰ ਕਰ ਪਾ ਰਹੇ 6 ਦੇ ਵਿੱਚ, ਠੀਕ ਹੈ, ਤਾਂ ਮੇਰੀ ਸਲਾਹ ਇਹ ਨਹੀਂ ਹੈ ਵੀ ਤੁਸੀਂ PTE ਵੱਲ ਆ ਜਾਓ, ਕਿਉਂਕਿ ਤੁਸੀਂ ਆਲਰੇਡੀ IELTS ਦੇ ਉੱਤੇ ਟਾਈਮ ਲਾ ਦਿੱਤਾ ਹੈ. ਤਾਂ ਹੋ ਸਕਦਾ ਤੁਹਾਨੂੰ ਥੋੜ੍ਹੀ ਜਿਹੀ ਤਿਆਰੀ ਦੀ ਜ਼ਰੂਰਤ ਹੈ. ਚੱਜ ਨਾਲ ਤਿਆਰੀ ਕਰੋ, ਆਪਣਾ ਓਵਰਆਲ 6 ਲੈ ਕੇ ਆਓ ਜਾਂ 6.5 ਓਵਰਆਲ ਲੈ ਕੇ ਆਓ. ਠੀਕ ਹੈ, ਤਾਂ ਕਿ ਤੁਸੀਂ ਆਪਣੀ ਫਾਈਲ ਲਗਾ ਸਕੋ, ਆਪਣੀ ਆਫਰ ਲੈਟਰ ਜਿਹੜੀ ਹੈ ਜਨਰੇਟ ਕਰ ਸਕੋ ਕਾਲਜ ਜਾਂ ਯੂਨੀਵਰਸਿਟੀ ਵੱਲੋਂ. ਠੀਕ ਹੈ, ਕਿਉਂਕਿ ਜੇ ਤੁਸੀਂ PTE ਵੱਲ ਜੰਪ ਕਰਦੇ ਹੋ ਤਾਂ ਕੀ ਹੋਏਗਾ ਵੀ ਤੁਸੀਂ ਇੰਨੀ ਦੇਰ ਜੋ ਤਿਆਰੀ ਕੀਤੀ IELTS ਦੀ ਉਹ ਤੁਹਾਡੀ ਖਰਾਬ ਜਾਏਗੀ. ਅਤੇ PTE ਇੱਕ ਵੱਖਰਾ ਫਾਰਮੈਟ ਹੈ. ਠੀਕ ਹੈ, ਉਹਨੂੰ ਸਮਝਣਾ ਇੱਕ ਵੱਖਰਾ ਸਿਨਾਰੀਓ, ਕਿਉਂਕਿ ਫਰਕ ਸਮਝੋ, ਜਿਹੜਾ IELTS ਹੈ ਉਹ ਉੱਥੇ ਹਿਊਮਨ ਇੰਟਰਫੇਰੈਂਸ ਹੈ. ਠੀਕ ਹੈ, ਹਿਊਮਨ ਚੈੱਕ ਕਰਦਾ ਹੈ. ਠੀਕ ਹੈ, ਜਿਹੜਾ PTE ਹੈ ਟੋਟਲੀ ਡਿਫਰੈਂਟ ਸਿਨਾਰੀਓ, ਡਿਫਰੈਂਟ ਫਾਰਮੈਟਿੰਗ ਹੈ. ਪਹਿਲੀ ਗੱਲ, ਇਹ ਸਾਰਾ ਸੌਫਟਵੇਅਰ ਬੇਸਡ ਐਗਜ਼ਾਮੀਨੇਸ਼ਨ ਹੈ. ਦੂਸਰਾ, ਇਹਦੇ 'ਚ ਹਿਊਮਨ ਇੰਟਰਫੇਰੈਂਸ ਕੋਈ ਨਹੀਂ ਹੈ. ਇਹਦਾ ਮਤਲਬ ਕੀ ਹੈ ਵੀ ਜਿਹੜੀ ਤੁਹਾਡੀ ਵੈਲਿਊਸ਼ਨ ਹੋਣੀ ਹੈ ਐਗਜ਼ਾਮ ਦੀ, ਉਹ AI ਬੇਸਡ ਹੋਣੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਕਰ ਰਹੀ ਹੈ. ਠੀਕ ਹੈ, ਆਟੋਮੈਟਿਕਲੀ, ਜਿਹਦੇ ਫਾਇਦਾ ਇਹ ਆ ਵੀ ਤੁਹਾਡਾ ਰਿਜ਼ਲਟ ਜਿਹੜਾ ਆ ਉਸੇ ਦਿਨ ਆ ਜਾਂਦਾ ਜਾਂ ਦੂਜੇ ਤੀਜੇ ਦਿਨ ਮੈਕਸਿਮਮ ਡਿਲੇ ਟੂ ਡਿਲੇ ਆ ਜਾਏਗਾ. ਠੀਕ ਹੈ, ਪਰ ਤੁਸੀਂ ਇਹ ਨਹੀਂ ਸੋਚਣਾ ਵੀ ਯਾਰ ਮੈਂ ਹੁਣ PTE ਜੰਪ ਕਰਦਾ. ਹਾਂ, ਅਗਰ ਤੁਸੀਂ ਦੇਣਾ ਚਾਹੁੰਦੇ ਹੋ, ਮੈਂ ਤੁਹਾਨੂੰ ਰੋਕ ਨਹੀਂ ਰਿਹਾ ਕਿਸੇ ਨੂੰ ਵੀ. ਠੀਕ ਹੈ, ਪਰ ਮੇਰੀ ਰეკਮੈਂਡੇਸ਼ਨ ਆ, ਫਿਰ ਵੀ ਤੁਸੀਂ ਅਗਰ PTE ਦੇਣਾ ਚਾਹੁੰਦੇ ਹੋ ਐਂਡ ਤੁਹਾਨੂੰ ਲੱਗਦਾ ਵੀ ਤੁਸੀਂ ਦੇਖ ਕੇ ਸਕੋਰ ਵਧੀਆ ਲੈ ਸਕਦੇ ਹੋ, ਦੈਨ ਪਲੀਜ਼ ਗੋ ਹੈਡ. ਪਰ ਇਹ ਚੀਜ਼ਾਂ ਤੁਸੀਂ ਕਲੀਅਰਲੀ ਸਮਝ ਲਓ ਵੀ ਕਿਹਨੂੰ PTE ਦੇਣਾ ਚਾਹੀਦਾ ਅਤੇ ਕਿਹਨੂੰ IELTS ਦੇਣਾ ਚਾਹੀਦਾ. ਦੇਖੋ ਸਮਝੋ, ਪਹਿਲੀ ਗੱਲ, PTE ਦੇ ਵਿੱਚ ਕੀ ਹੈ ਵੀ ਕੁਐਸਚਨਸ ਦੀ ਵੈਰਾਈਟੀ ਬਹੁਤ ਜ਼ਿਆਦਾ ਹੈ, ਚਾਹੇ ਉਹ ਕਿਸੇ ਵੀ ਮੋਡਿਊਲ ਦੀ ਗੱਲ ਕਰੀਏ. ਠੀਕ ਹੈ, ਕੰਪੈਰੇਟਿਵਲੀ ਟੂ IELTS. ਹੁਣ ਦੇਖੋ ਜੇ ਗੱਲ ਕਰੀਏ ਸਪੀਕਿੰਗ ਦੀ, in terms of IELTS, ਤਾਂ ਸਪੀਕਿੰਗ ਸਾਨੂੰ ਪਤਾ ਵੀ 3 ਸੈਕਸ਼ਨਸ ਨੇ. ਪਾਰਟ 1 ਕੁਐਸਚਨਸ, ਠੀਕ ਹੈ, ਇੰਟਰੋ ਕੁਐਸਚਨਸ ਹੋ ਜਾਂਦੇ ਨੇ ਅਬਾਊਟ ਯੂ, your life, your work, right, and obviously the people around you or your city, right. ਠੀਕ ਹੈ, your habits. ਫਿਰ ਸੈਕਿੰਡ ਪਾਰਟ ਕੀ ਆ ਜਾਂਦਾ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿਊ ਕਾਰਡ ਦੀ. ਠੀਕ ਹੈ, ਅਤੇ ਥਰਡ ਕੀ ਹੁੰਦਾ, ਫੋਲੋ ਅਪ ਬੇਸ ਕੁਐਸਚਨਸ ਔਨ ਦੀ ਕਿਊ ਕਾਰਡ. ਠੀਕ ਹੈ, ਇਹ 3 ਤਰ੍ਹਾਂ ਦੇ ਹੋ ਗਏ. ਹੁਣ ਜਦੋਂ PTE ਦੀ ਗੱਲ ਕਰਦੇ ਹਾਂ ਤਾਂ ਸਪੀਕਿੰਗ ਦੇ ਵਿੱਚ 8 ਤੋਂ 9 ਡਿਫਰੈਂਟ ਟਾਈਪਸ ਆਫ ਕੁਐਸਚਨਸ ਹੁੰਦੇ ਨੇ. ਅਗਰ ਤੁਸੀਂ ਉਹ ਇਨਸਾਨ ਹੋ ਜਿਹੜੇ ਕਿ ਕੰਫਰਟੇਬਲ ਹੋ ਵੀ ਮੈਨੂੰ ਵੈਰਾਈਟੀ ਨਾਲ ਕੋਈ ਫਰਕ ਨਹੀਂ ਪੈਂਦਾ, ਠੀਕ ਹੈ, ਐਜ਼ ਲੌਂਗ ਐਜ਼ ਦੇ ਆਰ ਈਜ਼ੀ ਐਂਡ ਆਈ ਕੈਨ ਸਕੋਰ ਵੈਲ, ਠੀਕ ਹੈ, ਤਾਂ ਗੋ ਫॉर PTE. ਪਰ ਕਿਉਂਕਿ ਕੁਛ ਲੋਕੀ ਨਹੀਂ ਕੰਫਰਟੇਬਲ ਹੁੰਦੇ, ਦੈਨ ਦੇ ਮਸਟ ਸਟਿਕ ਵਿਦ IELTS. ਪਰ ਕੀ ਹੈ ਵੀ PTE ਦਾ ਫਾਇਦਾ ਇਹ ਹੈ ਵੀ ਤੁਸੀਂ ਇੱਥੇ ਸਾਰੇ ਜਿਹੜੇ ਟੈਂਪਲੇਟਸ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਟੈਂਪਲੇਟਸ ਦੇ ਬੇਸ 'ਤੇ ਸਕੋਰ ਲੈਣਾ ਚਾਹੁੰਦੇ ਹੋ ਆਰਾਮ ਨਾਲ, ਤਾਂ ਉਹ ਚੀਜ਼ ਤੁਹਾਡੀ PTE 'ਚ ਵਰਕਆਊਟ ਕਰੇਗੀ. IELTS ਦੇ ਵਿੱਚ ਇੰਨੀ ਵਧੀਆ ਤਰੀਕੇ ਨਾਲ ਵਰਕਆਊਟ ਨਹੀਂ ਕਰਦੀ ਹੈਗੀ. ਠੀਕ ਹੈ, ਸਿਮਿਲਰਲੀ ਜਿਹੜਾ ਟੈਂਪਲੇਟ ਹੈ ਇੱਥੇ ਰਾਈਟਿੰਗ 'ਤੇ ਵੀ ਕੰਮ ਕਰਦਾ PTE ਦੇ ਵਿੱਚ. ਇੱਥੇ ਰਾਈਟਿੰਗ ਦੇ ਵਿੱਚ ਤੁਸੀਂ ਬਹੁਤ ਵਧੀਆ ਟੈਂਪਲੇਟ ਲਗਾ ਸਕਦੇ ਹੈਗੇ ਹੋ, ਚਾਹੇ ਉਹ ਐਸੇ ਹੈ ਅਤੇ ਚਾਹੇ ਉਹ ਸਮਰਾਈਜ਼ ਰਿਟਨ ਟੈਕਸਟ ਹੈ. ਜਿਨ੍ਹਾਂ ਨੇ PTE ਦੀ ਤਿਆਰੀ ਕੀਤੀ ਉਹਨਾਂ ਨੂੰ ਪਤਾ ਹੋਊਗਾ ਸਮਰਾਈਜ਼ ਰਿਟਨ ਟੈਕਸਟ ਕੀ ਹੁੰਦਾ. ਤਾਂ ਇੱਥੇ ਤੁਸੀਂ ਵਧੀਆ ਫਾਰਮੈਟ ਲਗਾ ਕੇ 6 ਜਾਂ 6.5 ਆਪਣੇ ਈਜ਼ੀਲੀ ਸਕੋਰ ਕਰ ਸਕਦੇ ਹੋ. ਸਿਮਿਲਰਲੀ ਇਨ ਕੇਸ ਆਫ ਲਿਸਨਿੰਗ ਐਂਡ ਰੀਡਿੰਗ ਐਜ਼ ਵੈਲ. ਠੀਕ ਹੈ, ਇੱਕ ਰੀਡਿੰਗ ਇੱਕ ਐਸਾ ਸਬਜੈਕਟ ਹੈ ਜਿਹੜਾ ਕਿ PTE ਦੇ ਵਿੱਚ ਵੀ ਅਤੇ IELTS ਦੇ ਵਿੱਚ ਵੀ ਦੋਨੋਂ ਇਕੁਅਲੈਂਟ ਹੈ, ਥੋੜ੍ਹਾ ਔਖਾ ਲੱਗੇਗਾ. ਪਰ ਬਾਕੀ ਮੋਡਿਊਲਸ ਦੀ ਗੱਲ ਕਰੀਏ ਤਾਂ PTE ਦੇ ਵਿੱਚ ਹਰ ਪਾਸੇ ਤੁਸੀਂ ਟੈਂਪਲੇਟ ਲਗਾ ਸਕਦੇ ਹੋ. ਐਨ ਅਗਰ ਤੁਸੀਂ ਉਹ ਇਨਸਾਨ ਹੋ ਜਿਹਨੂੰ ਨਹੀਂ ਅੰਗਰੇਜ਼ੀ ਸਮਝਣੀ, ਜਿਹਨੂੰ ਨਹੀਂ ਸਮਝ ਆਉਂਦੀ ਅਤੇ ਜਿਹਨੂੰ ਚਾਹੀਦਾ ਮੈਂ ਸਕੋਰ ਲਾਵਾਂ ਅਤੇ ਬਸ ਮੈਂ ਨਿਕਲਾਂ, ਤਾਂ ਗੋ ਫॉर PTE, ਬਿਕਾਜ਼ ਉਹਦੇ 'ਚ ਟੈਂਪਲੇਟਸ ਲਗਾ ਸਕਦੇ ਹੋ, ਰੱਟਾ ਲਗਾ ਸਕਦੇ ਹੋ ਐਂਡ ਛੇਤੀ ਸਕੋਰ ਲੈ ਸਕਦੇ ਹੋ. ਠੀਕ ਹੈ, ਪਰ ਜੇ ਤੁਸੀਂ ਉਹ ਇਨਸਾਨ ਹੋ ਜਿਹਨਾਂ ਨੂੰ ਰੱਟਾ ਨਹੀਂ ਸਮਝ ਆਉਂਦਾ ਹੈ ਨਾ, ਜੋ ਟੈਂਪਲੇਟਸ 'ਤੇ ਨਹੀਂ ਡਿਪੈਂਡੈਂਟ ਹੋ, ਦੈਨ ਗੋ ਫॉर IELTS. ਇੰਨੀ ਗੱਲ ਕਲੀਅਰ ਸਮਝ ਰਹੇ ਹੋ, ਕਿਉਂਕਿ ਕੱਲ੍ਹ ਨੂੰ ਤੁਸੀਂ ਜਦੋਂ ਕੱਲ੍ਹ ਨੂੰ ਮੁਲਕ ਉਸ ਪਹੁੰਚਣਾ ਨਾ, ਤਾਂ ਉਹਦੇ 'ਚ ਤੁਹਾਡੇ ਕੋਲ ਇੰਗਲਿਸ਼ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ. ਇਫ ਯੂ ਆਰ ਨਾਟ ਏਬਲ ਟੂ ਕਮਿਊਨੀਕੇਟ ਵਿਦ ਪੀਪਲ ਅਰਾਊਂਡ ਇਨ ਇੰਗਲਿਸ਼, if you're not able to understand, read, listen to and explain your own part of your journey in life, okay, then you will be struggling. And if you're struggling in Canada, right, then obviously you will be struggling in every single sphere of life. ਤਾਂ ਮੇਕ ਸ਼ੋਰ ਅੰਗਰੇਜ਼ੀ ਨੂੰ ਸਵਾਰ ਕੇ ਚੱਲਿਓ, ਕਿਉਂਕਿ ਅੱਗੇ ਤੁਹਾਨੂੰ ਉਹੀ ਨਹੀਂ ਆ ਤੁਹਾਡੀ ਤਰਾਊਗੀ. ਠੀਕ ਹੈ, ਤਾਂ ਪਹਿਲੀ ਤਾਂ ਇੱਕ ਨੈਟ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਵੀ PTE ਇਜ਼ ਈਜ਼ੀਅਰ ਦੈਨ IELTS. ਦੂਸਰੀ ਗੱਲ, ਦੇਖੋ ਤੁਸੀਂ ਕਹਿ ਰਹੇ ਹੋ ਵੀ ਮੇਰੇ ਕੋਲ ਬਹੁਤ ਸਾਰੇ ਐਸੇ ਸਵਾਲ ਆ ਰਹੇ ਨੇ ਸਟੂਡੈਂਟਸ ਦੇ
ਵੀ ਸਾਡੇ ਪੀਟੀ ਦੇ ਵਿੱਚ 60 ਹੈਗੇ ਨੇ, 65 ਵੀ ਹੈਗੇ ਨੇ ਓਵਰਆਲ, ਪਰ ਕਿਸੇ ਦੇ ਵਿੱਚ ਸਾਡੇ 55 ਨੇ ਇੱਕ ਮੋਡਿਊਲ ਦੇ ਵਿੱਚ, ਕਿਸੇ 'ਚ 50 ਨੇ ਤੇ ਬਾਕੀ 'ਚ ਜ਼ਿਆਦਾ ਨਹੀਂ, ਤਾਂ ਓਵਰਆਲ 60 ਹੋ ਰਹੇ। ਇੱਕ ਚੀਜ਼ ਦਾ ਧਿਆਨ ਰੱਖੋ, ਯੈਸ ਓਵਰਆਲ ਤੁਹਾਡੇ 60 ਚੰਗੀ ਗੱਲ ਹੈ, ਪਰ ਤੁਹਾਡਾ ਕਿਸੇ ਵੀ ਇੱਕ ਮੋਡਿਊਲ ਦੇ ਵਿੱਚ ਮੇਕ ਸ਼ੋਰ ਵੀ 58 ਜਾਂ 59 ਤੋਂ ਘੱਟ ਨਾ ਹੋਵੇ, ਕਿਉਂਕਿ ਫਿਰ ਤੁਹਾਡੇ ਚਾਂਸਸ ਘੱਟ ਜਾਣਗੇ। ਠੀਕ ਹੈ, ਪਹਿਲੀ ਗੱਲ ਤਾਂ ਮੈਂ ਐਡਰੈਸ ਕਰਦੇ ਹਾਂ। ਠੀਕ ਹੈ, ਸਿਮਿਲਰਲੀ ਫॉर ਆਇਲਟਸ ਅਗਰ ਤੁਹਾਡੇ 6 ਨੇ ਤਾਂ ਮੇਕ ਸ਼ੋਰ ਤੁਹਾਡਾ 5.5 ਹੋਏਗਾ ਇੱਕ ਮੋਡਿਊਲ ਦੇ ਵਿੱਚ, ਤਾਂ ਚੱਲ ਸਕਦਾ। ਠੀਕ ਹੈ, ਦੇਖੋ ਕੈਨੇਡੀਅਨ ਐਮਬੈਸੀ ਨੂੰ ਕੋਈ ਦਿੱਕਤ ਨਹੀਂ ਹੈ, ਐਮਬੈਸੀ ਵਾਸਤੇ ਤਾਂ 6 ਈਚ 6 ਓਵਰਆਲ ਇਨ ਆਇਲਟਸ, 60 ਇਨ ਪੀਟੀ ਐਂਡ 83 ਇਨ ਓਵਰਆਲ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਫਰਕ ਕਿਹਨੂੰ ਪੈਂਦਾ? ਯੂਨੀਵਰਸਿਟੀ ਜਾਂ ਕਾਲਜ ਨੂੰ, ਜਿਹਦੇ ਨਾਲ ਤੁਸੀਂ ਆਪਣੀ ਕੋਰਸ ਸਿਲੈਕਟ ਕਰਨਾ ਹੈ ਤੇ ਉੱਥੋਂ ਆਫਰ ਲੈਟਰ ਜਨਰੇਟ ਕਰਨੀ ਹੈ। ਠੀਕ ਹੈ, ਇੰਨੀ ਗੱਲ ਧਿਆਨ ਰੱਖਿਓ। ਦੂਸਰੀ ਗੱਲ ਇਹਦੇ ਵਿੱਚ ਕੀ ਹੈ ਵੀ ਹੁਣ ਕੁਝ ਯੂਨੀਵਰਸਿਟੀਜ਼ ਜਾਂ ਕਾਲਜ ਦੀ ਪੀਟੀ ਦੇ ਅਕੋਰਡਿੰਗ ਜਿਹੜੀ ਰਿਕੁਆਇਰਮੈਂਟ ਹੈ ਥੋੜੀ ਉੱਪਰ ਹੈ, ਬਿਕਾਜ਼ ਉਹਨਾਂ ਨੂੰ ਵੀ ਪਤਾ ਪੀਟੀ ਜਿਹੜਾ ਆ ਇਜ਼ ਨਾਟ ਦੈਟ equivalent to IELTS in comparison to on the aspect of English proficiency। ਠੀਕ ਹੈ, ਇਸ ਕਰਕੇ ਉਹਨਾਂ ਦੀ ਨਾ ਥੋੜੀ ਜੀ ਐਕਸਪੈਕਟੇਸ਼ਨ ਹੁੰਦੀ ਵੀ ਤੁਸੀਂ 6.5 ਲੈ ਕੇ ਆਓ। ਠੀਕ ਹੈ, ਸਾਰਿਆਂ ਦੇ ਵਿੱਚ, ਤਾਂ ਉੱਥੇ ਤੁਹਾਨੂੰ ਦਿੱਕਤ ਆ ਜਾਏਗੀ ਅਗਰ ਤੁਹਾਡੇ 6 ਓਵਰਆਲ ਨੇ, 6.5 ਓਵਰਆਲ ਨਹੀਂ ਹੈ ਜਾਂ 6.5 ਈਚ ਦੇ ਵਿੱਚ ਨਹੀਂ ਹੈ, ਤਾਂ ਤੁਹਾਨੂੰ ਆਪਣੀ ਯੂਨੀਵਰਸਿਟੀ ਤੇ ਕਾਲਜ ਦੇ ਅਕੋਰਡਿੰਗ ਵੀ ਆਪਣੀ ਜਿਹੜੀ ਫੁੱਲਫਿਲ ਕਰਨੀ ਪਏਗੀ ਰਿਕੁਆਇਰਮੈਂਟ, ਜਿਹੜੀ ਲੈਂਗੁਏਜ ਪ੍ਰੋਫੀਸ਼ੀਐਂਸੀ ਦੀ ਹੈ, ਮਿਨੀਮਮ ਐਲੀਜੀਬਿਲਿਟੀ, ਪਲੱਸ ਤੁਹਾਨੂੰ ਆਪਣਾ ਜੋ ਐਮਬੈਸੀ ਕਹਿ ਰਹੀ ਹੈ ਉਹਦੇ ਨਾਲ ਵੀ ਕਰਨਾ ਪਏਗਾ ਕੋਪ ਅਪ, ਤੇ ਦੋਨਾਂ ਨੂੰ ਰਲਾ ਕੇ ਹੀ ਤੁਸੀਂ ਆਪਣਾ ਵੀਜ਼ਾ ਪਾ ਸਕਦੇ ਹੋ, ਕਿਉਂਕਿ ਸਿਰਫ ਤੁਸੀਂ ਆਫਰ ਲੈਟਰ ਤਾਂ ਲੈਣਾ ਨਹੀਂ ਚਾਹੁੰਦੇ ਨਾ, ਤੁਸੀਂ ਆਪਣਾ ਵੀਜ਼ਾ ਵੀ ਲੈਣਾ ਚਾਹੁੰਦੇ ਹੋ ਐਮਬੈਸੀ ਵੱਲੋਂ, ਆਲ ਗੁੱਡ। ਪਰ ਅਗਰ ਤੁਹਾਨੂੰ ਯੂਨੀਵਰਸਿਟੀ ਜਾਂ ਕਾਲਜ ਜਾਂ ਜਿਸ ਵਧੀਆ ਯੂਨੀਵਰਸਿਟੀ ਜਾਂ ਕਾਲਜ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਉੱਥੇ ਅਗਰ ਤੁਸੀਂ ਘੱਟ ਸਕੋਰ ਨਾਲ ਲਗਾਓਗੇ ਤੁਹਾਨੂੰ ਵੀਜ਼ਾ ਨਹੀਂ ਮਿਲੂਗਾ। ਰਾਈਟ, ਮੈਨੂੰ ਨਹੀਂ ਲੱਗਦਾ ਵੀ ਇਹਦੇ ਉੱਤੇ ਹੋਰ ਕਲੈਰੀਫਿਕੇਸ਼ਨ ਦੇਣ ਦੀ ਜ਼ਰੂਰਤ ਹੈ। ਠੀਕ ਹੈ, ਅਤੇ ਤੀਸਰੀ ਗੱਲ ਜਿਹੜਾ ਕਿ ਸਭ ਤੋਂ ਪੋਪੂਲਰ ਕੁਐਸਚਨ ਹੈ ਵੀ ਕੀ ਸਰ GCK ਪੋਰਟਲ ਅਪਡੇਟ ਹੋਇਆ ਕਿ ਨਹੀਂ ਹੋਇਆ, ਤਾਂ ਦੇਖੋ ਹਾਲੇ ਤੱਕ ਨਹੀਂ ਹੋਇਆ। ਯੈਸ ਆਈ ਕੈਨ ਅੰਡਰਸਟੈਂਡ, ਬਹੁਤ ਦੁੱਖ ਹੋ ਰਿਹਾ ਆ, ਬਹੁਤ ਕਨਫਿਊਜ਼ਨ ਹੈ ਮਨ ਦੇ ਵਿੱਚ, ਬਿਕਾਜ਼ ਤੁਸੀਂ ਸਾਰੇ ਕਹਿ ਰਹੇ ਹੋ ਵੀ ਸਰ ਸਾਡਾ ਏਜੰਟ ਕਹਿ ਰਿਹਾ ਵੀ ਹਾਲੇ ਤੱਕ ਪੋਰਟਲ ਅਪਡੇਟ ਨਹੀਂ ਹੋਇਆ ਤੇ ਤੁਹਾਡਾ 6 ਓਵਰਆਲ ਵਾਲਾ ਜਿਹੜਾ ਬੈਂਡ ਸਕੋਰ ਹੈਗਾ ਆ, ਸਕੋਰ ਕਾਰਡ ਹੈ, ਉਹ ਆਪਾਂ ਅਪਡੇਟ ਨਹੀਂ ਕਰ ਸਕਦੇ, ਤਾਂ ਆਪਾਂ ਹੁਣ ਵਿੱਚ ਵਿਚਾਲੇ ਅੜ ਗਏ ਹਾਂ। ਠੀਕ ਹੈ, ਉਹ ਵੀ ਆਪਣੇ ਵੱਲੋਂ ਠੀਕ ਨੇ, ਪਰ ਇੱਕ ਗੱਲ ਸਮਝੋ, ਐਜ਼ ਪਰ ਦੀ ਲੇਟੈਸਟ 10th of August ਅਪਡੇਟ, ਰਾਈਟ, ਅੰਡਰ ਦੀ SDS ਕੈਟੇਗਰੀ, ਦ ਐਮਬੈਸੀ ਇਜ਼ ਵੈਰੀ ਕਲੀਅਰ ਵੀ ਅਸੀਂ 6 ਓਵਰਆਲ 60 PTE ਦੇ ਵਿੱਚ ਤੇ 83 ਟੋਫਲ ਦੇ ਵਿੱਚ ਐਕਸੈਪਟ ਕਰ ਰਹੇ ਹਾਂ। ਪਰ ਕੀ ਹੈ ਵੀ ਓਵਰਆਲ ਹੋ ਰਹੀ ਹੈ ਅਜੇ ਸਿਸਟਮ ਨੂੰ ਅਪਡੇਟ ਹੋਣ ਨੂੰ ਟਾਈਮ ਲੱਗੇਗਾ, ਮੈਸਿਵ ਲੈਵਲ ਤੇ ਓਵਰਆਲਿੰਗ ਹੋ ਰਹੀ ਹੈ, ਤਾਂ ਸਾਨੂੰ ਨਹੀਂ ਪਤਾ ਕਿੰਨਾ ਟਾਈਮ ਲੱਗੇਗਾ, ਨੋਬਡੀ ਨੋਜ਼, ਰਾਈਟ। ਤਾਂ ਕੋਈ ਝੂਠੇ ਵਾਅਦੇ ਨਹੀਂ ਹੈ, ਸਟ੍ਰੇਟ ਗੱਲ ਕਰ ਰਿਹਾ ਵਾਂ। ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ, ਆਪਣੇ ਜੋ ਤੁਹਾਡੇ ਕੋਲ ਸਕੋਰ ਕਾਰਡ ਹੈ, ਬਸ਼ਰਤੇ ਤੁਹਾਡੇ ਕੋਲ ਓਵਰਆਲ 6 ਹੋਵੇ, ਠੀਕ ਹੈ, ਜਾਂ 60 ਹੋਵੇ ਪੀਟੀ ਦੇ ਵਿੱਚ, ਤੁਸੀਂ ਆਪਣਾ ਲਗਾਓ। ਉੱਥੇ ਆਪਸ਼ਨ ਆ ਰਿਹਾ ਨਹੀਂ ਆ ਰਿਹਾ ਫਿਕਰ ਨਾ ਕਰੋ, ਤੁਸੀਂ ਆਪਣੀ ਫਾਈਲ ਲਗਾਓ, ਬਿਕਾਜ਼ ਤੁਸੀਂ ਇਹਨਾਂ ਚੱਕਰਾਂ 'ਚ ਆਪਣਾ ਇੰਟੇਕ ਨਾ ਮਿਸ ਕਰ ਦਿਓ। ਤੁਹਾਨੂੰ ਨਹੀਂ ਪਤਾ ਵੀ ਕੀ ਹੋਣਾ ਕੀ ਨਹੀਂ ਹੋਣਾ। ਇਟਸ ਬੈਟਰ ਟੂ ਡੂ ਸਮਥਿੰਗ ਰਾਈਟ ਰਾਦਰ ਦੈਨ ਜਸਟ ਵੇਟਿੰਗ ਅਰਾਊਂਡ, ਬਿਕਾਜ਼ ਹੋ ਸਕਦਾ ਤੁਹਾਡਾ ਇੰਟੇਕ ਲੰਘ ਜਾਊਗਾ, ਕੱਲ੍ਹ ਨੂੰ ਕੀ ਕਰੋਗੇ, ਗੱਲ ਸਮਝ ਰਹੇ ਹੋ। ਤਾਂ ਮੇਕ ਸ਼ੋਰ ਆਪਣਾ ਡਿਸੀਜਨ ਕੁਇਕ ਲਓ ਅਤੇ ਬਿਲਕੁਲ ਕਰੈਕਟ ਲਓ, ਬਾਹਲਾ ਸੋਚਣ ਦੀ ਲੋੜ ਨਹੀਂ ਹੈ ਹੁਣ, ਕਿਉਂਕਿ ਅਗਰ ਤੁਸੀਂ ਐਗਜ਼ਾਮ ਦੇ ਚੁੱਕੇ ਹੋ, ਤੁਹਾਡੇ ਕੋਲ ਸਕੋਰ ਹੈਗਾ, ਤਾਂ ਅਪਲਾਈ ਫॉर ਯੋਰ ਇਨਟੇਕ। ਜਿਹੜੇ ਲੋਕ ਸੈਪਟੈਂਬਰ ਵਾਸਤੇ ਅਪਲਾਈ ਕਰਨ ਲਈ ਸੋਚ ਰਹੇ ਨੇ, ਤਾਂ ਇਸ ਟਾਈਮ ਲਈ ਥੋੜ੍ਹਾ ਰੁਕ ਜਾਣ, ਬਿਕਾਜ਼ ਬਹੁਤ ਆਪਾਂ ਨੇੜੇ ਆ ਗਏ ਹਾਂ, ਤਾਂ ਲੇਟ ਹੋ ਸਕਦਾ ਕੰਮ, ਠੀਕ ਹੈ। ਤਾਂ ਕੋਈ ਫਾਇਦਾ ਨਹੀਂ ਹੋਏਗਾ ਅਗਰ ਤੁਹਾਨੂੰ ਦਿਮਾਗ 'ਚ ਲੱਗਦਾ ਪਿਆ ਕੋਈ ਨਾ ਕੋਈ ਦਿੱਕਤ ਹੋ ਸਕਦੀ। ਪਰ ਜਿਹੜੇ ਜੈਨ ਇਨਟੇਕ ਲਈ ਲਗਾਉਣਾ ਚਾਹੁੰਦੇ ਨੇ, ਤਾਂ ਉਹ ਨਿਸ਼ਚਿੰਤ ਹੋ ਜਾਣ, ਅਪਡੇਟ ਪੋਰਟਲ ਹੋ ਹੀ ਜਾਣਾ ਹੈ, ਅੱਜ ਨਹੀਂ ਕੱਲ੍ਹ ਹੋ ਜਾਣਾ ਹੈ, ਠੀਕ ਹੈ। ਤਾਂ ਤੁਹਾਨੂੰ ਜਦੋਂ ਅਪਡੇਟ ਹੋ ਜਾਏਗਾ ਤਾਂ ਮਨ ਨੂੰ ਤਸੱਲੀ ਮਿਲ ਜੂਗੀ, ਕਲੈਰੀਫਿਕੇਸ਼ਨ ਆ ਜੂਗੀ, ਠੀਕ ਹੈ। ਪਰ ਫਿਰ ਵੀ ਅਗਰ ਤੁਸੀਂ ਲੇਟ ਹੋ ਰਹੇ ਹੋ ਸੈਪਟੈਂਬਰ ਇਨਟੇਕ ਵਾਸਤੇ, ਤਾਂ ਤੁਸੀਂ ਜਾਣਾ ਹੀ ਜਾਣਾ ਹੈ, ਤਾਂ ਵਾਈ ਨਾਟ ਅਪਲਾਈ। ਮੇਰੀ ਗੱਲ ਸਮਝ ਰਹੇ ਹੋ, ਅਪਲਾਈ ਕਰੋ, ਕਿਉਂਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਐਮਬੈਸੀ ਵੱਲੋਂ ਸਿਚੁਏਸ਼ਨ ਕਲੀਅਰ ਹੈ ਵੀ ਅਸੀਂ 6 ਓਵਰਆਲ 'ਤੇ ਪਿਕ ਕਰ ਰਹੇ ਹਾਂ, ਅਸੀਂ SDS ਦੇ ਵਿੱਚ ਤੁਹਾਨੂੰ ਵੀਜ਼ਾ ਦਿਆਂਗੇ। ਕਹਿਣ ਦਾ ਮਤਲਬ ਇਹ ਹੈ ਵੀ SDS ਕੈਟੇਗਰੀ ਦੇ ਅੰਡਰ ਤੁਹਾਡਾ ਵੀਜ਼ਾ ਫਾਈਲ ਲੱਗ ਸਕਦਾ ਹੈ। ਹੁਣ ਡਿਸੀਜਨ ਬਹੁਤ ਜਲਦੀ ਆਏਗਾ, ਚਾਹੇ ਉਹ ਪੋਜ਼ੀਟਿਵ ਹੈ ਚਾਹੇ ਨੈਗੇਟਿਵ ਹੈ, ਫਾਈਨਲ ਕਾਲ ਤੁਹਾਡੀ ਹੈ, ਤੁਹਾਡੇ ਏਜੰਟ ਦੀ ਵੀ ਨਹੀਂ, ਤੁਹਾਡੀ ਹੈ, ਤੁਹਾਡਾ ਦਿਲ ਕੀ ਕਹਿੰਦਾ, ਠੀਕ ਹੈ। ਅਤੇ ਬਾਕੀ ਜੋ ਅਪਡੇਟਸ ਆਉਣਗੀਆਂ ਉਹਦੇ ਨਾਲ ਮੈਂ ਤੁਹਾਨੂੰ ਦੱਸਦਾ ਰਹਾਂਗਾ। ਤਾਂ ਹੋਪਫੁਲੀ ਆਈ ਐਮ ਏਬਲ ਟੂ ਕਲੈਰੀਫਾਈ most of your doubts that are prevailing around. So if you like the video, please press button and press the bell icon, share it with your friends, and consider subscribing the channel if you haven't already. Until then, see you, bye.